बहुत ही सत्कारयोग समूह गुरु प्यारी गुरु रूप साध संगत जी, बुलाओ फतेह। वाहिगुरू जी का खालसा, वाहिगुरू जी की फतेह। सब तो पहला तो मैं धन्यवाद करना चाहना सरदार दीप सिंह सिद्धू जी, जोगा सिंह जी, उन्होंने सारे साथी जिन्हों ने सानू अज इत्थे आपदे विच बुला के थोड़े विच बैठ के जिथे विचारां सुनन दा उत्थे विचारां रखण दा भी मौका दिता है। मैं समझदा ये शंभू दा मोर्चा है, ये एक जिहड़ी है निशानी बन गया है पंजाब दे संघर्ष दी। वैसे तो पंजाब दे हर हिस्से दे विच हर सड़क ते किसान बैठे ने, किसान जथेबंदियां बैठियां, सारिਆਂ ਦਾ ਆਪਦਾ बहुत ਵੱਡਾ योगदान है इस संघर्ष ਨੂੰ ਅੱਗੇ ਲਿਜਾਣ ਦੇ ਵਿੱਚ। पर ਇਹਦੇ ਨਾਲ मैं समझदा कि ਅੱਜ ਸਮੇਂ ਦੀ ਲੋੜ है कि एक संयुक्त ਇਕੱਠਾ संघर्ष एक झंडे थले ਇਹ ਉਲੀਕਿਆ ਜਾਵੇ ਤਾਂ कि ਆਪਾਂ इस निशाने जिस ਵੱਲ ਚੱਲੇ ਉਹਦੇ ਜਿੱਤ ਪ੍ਰਾਪਤ कर ਸਕੀਏ। जे ਆਪਾਂ ਇਹਦੀ ਬੁਨਿਆਦ ਕੀ ਕਾਰਨ ਬਣਿਆ, ਕਿਉਂ ਇਹ ਕਾਨੂੰਨ ਲਿਆਂਦੇ ਗਏ ਦੇ ਵੱਲ ਜਾਈਏ ਤਾਂ ਮੈਂ ਸਮਝਦਾ ਤੁਸੀਂ ਵੀ ਜਾਣਦੇ ਹੋ ਵੀ ਇਹ ਕਾਨੂੰਨ ਕਹੇ ਤਾਂ ਇਹ ਜਾਂਦੇ ਨੇ ਵੀ ਇਹ ਕਿਸਾਨਾਂ ਵਾਸਤੇ ਲਿਆਂਦੇ ਗਏ, ਪਰ ਕਦੇ ਕਿਸੇ ਕਿਸਾਨ ਨੇ, ਕਿਸਾਨ ਜਥੇਬੰਦੀ ਨੇ ਇਹਨਾਂ ਕਾਨੂੰਨਾਂ ਦੀ ਮੰਗ ਨਹੀਂ ਕੀਤੀ। ਇਹ ਤਾਂ ਕਿਸਾਨਾਂ ਦੇ ਜਿਹੜਾ ਗਲ 'ਚ ਠੋਸੇ ਗਏ ਨੇ। ਤੇ ਇਹ ਜਿਹੜੇ ਕਾਨੂੰਨ ਨੇ ਇਹਨਾਂ ਦਾ ਮਕਸਦ ਕੀ ਹੈ? ਇਹਨਾਂ ਦਾ ਮਕਸਦ ਹੈ ਕਿ ਹੌਲੀ ਹੌਲੀ ਜਿਹੜੀ ਸਰਕਾਰ ਹੈ ਉਹ ਸਰਕਾਰੀ ਖਰੀਦ 'ਚੋਂ ਬਾਹਰ ਆ ਜਾਏ। ਕਿਉਂ ਸਰਕਾਰੀ ਖਰੀਦ 'ਚੋਂ ਬਾਹਰ ਆਉਣਾ ਚਾਹੁੰਦੇ ਆ ਉਹ? ਕਿਉਂਕਿ ਉਹਨਾਂ ਨੇ ਇੱਕ ਫੈਸਲਾ ਕਰ ਲਿਆ, ਜਿਵੇਂ ਡਾਇਰੈਕਟ ਸਬਸਿਡੀ ਆਪਾਂ ਹਰ ਚੀਜ਼ ਲਈ ਇਹਨਾਂ ਨੇ ਸ਼ੁਰੂ ਕੀਤੀ ਹੈ ਵੀ ਸਿੱਧਾ ਖਾਤਿਆਂ 'ਚ ਪਾ ਦਿਓ। ਇਹ ਆਪਣੀ ਫਸਲ ਕਾਹਦੇ ਵਾਸਤੇ ਖਰੀਦੀ ਜਾਂਦੀ ਹੈ? ਇਹ ਖਰੀਦੀ ਜਾਂਦੀ ਹੈ ਜਿਹੜਾ PDS ਸਿਸਟਮ ਹੈ, ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ, ਉਹਦੇ ਵਾਸਤੇ ਗਰੀਬਾਂ ਨੂੰ ਦੇਣ ਲਈ ਜਿਹੜੀ ਕੇਂਦਰ ਸਰਕਾਰ ਖਰੀਦਦੀ ਹੈ। ਤੇ ਉਹ ਖਰੀਦ ਕੇ ਸਟੋਰ ਕਰਕੇ ਵੱਖ-ਵੱਖ ਸੂਬਿਆਂ 'ਚ ਜਿੱਥੇ ਵੀ ਜਿਹੜੀ ਹੈ 2 ਰੁਪਏ ਕਿਲੋ ਕਣਕ ਜਾਂ ਜਿਹੜੇ ਚੌਲ ਨੇ ਉਹ ਮੁਹੱਈਆ ਕਰਾਏ ਜਾਂਦੇ ਨੇ। ਹੁਣ ਸਰਕਾਰ ਨੇ ਇਹ ਫੈਸਲਾ ਕਰ ਲਿਆ, ਸ਼ਾਂਤਾ ਕੁਮਾਰ ਦੀ ਰਿਪੋਰਟ ਤੁਸੀਂ ਪੜ੍ਹੀ ਹੋਣੀ ਹੈ ਵੀ ਇਹ ਸਾਰਾ ਕੁਛ ਦੇ ਵਿੱਚ ਚੋਰੀ ਬਹੁਤ ਹੈ, ਵੀ ਇਹਨੂੰ ਖਤਮ ਕਰਕੇ ਸਿੱਧਾ ਖਾਤਿਆਂ 'ਚ ਪੈਸੇ ਦਿਓ। ਫਿਰ ਜਿਹੜੀ ਉਹ ਖਰੀਦਦੇ ਨੇ ਉਹਦਾ ਕੀ ਬਣੂ? ਕੌਣ ਖਰੀਦੂ? ਉਹ ਪ੍ਰਾਈਵੇਟ ਖਰੀਦੂ। ਤੇ ਫਿਰ ਨਤੀਜਾ ਕੀ ਹੋਣਾ? ਜਦ ਸਰਕਾਰ ਬਾਹਰ ਨਿਕਲ ਗਈ ਤਾਂ ਫਿਰ ਅਲਟੀਮੇਟਲੀ ਕਿਸਾਨ ਜਿਹੜਾ ਅੱਜ ਸਰਕਾਰ ਤੇ ਨਿਰਭਰ ਕਰਦਾ ਉਹ ਵੱਡੇ ਵਪਾਰੀ ਤੇ ਨਿਰਭਰ ਹੋ ਜਾਏਗਾ, ਆਪਦੀ ਮਨਮਰਜ਼ੀ ਦਾ ਭਾਅ ਖਰੀਦੇ ਅਤੇ ਆਪਦੀ ਮਨਮਰਜ਼ੀ ਦੇ ਸਮੇਂ ਤੇ ਪੈਸਾ ਦੇਵੇ। ਇਹ ਹਾਲਾਤਾਂ ਤੋਂ ਡਰਦੇ ਹੋਏ ਜਿਹੜੇ ਅੱਜ ਦੇਸ਼ ਦੇ ਕਿਸਾਨ ਨੇ ਉਹ ਆ ਸੜਕਾਂ ਤੇ ਉਤਰੇ ਹੋਏ ਨੇ। ਇਹ ਸਰਕਾਰ ਚਾਹੇ ਜੋ ਮਰਜ਼ੀ ਸਮਝਾਉਣ ਦੀ ਕੋਸ਼ਿਸ਼ ਕਰੇ, ਪਰ ਆਪਾਂ ਸਾਰੇ ਜਾਣਦੇ ਹਾਂ ਕਿ ਇਹਦੇ ਪਿੱਛੇ ਕੀ ਸੋਚ ਹੈ। ਤੇ ਖਾਸ ਤੌਰ ਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਜ਼ਿਆਦਾ ਖਰੀਦ ਪੰਜਾਬ ਦੇ ਵਿੱਚੋਂ ਕੀਤੀ ਜਾਂਦੀ ਹੈ। ਮੈਨੂੰ ਯਾਦ ਹੈ ਆ ਥੋੜਾ ਸਮਾਂ ਹੀ ਹੋਇਆ, ਸਾਲ ਕੁ ਦਾ ਸਮਾਂ ਹੋਇਆ, ਮੈਂ ਉਦੋਂ ਅਕਾਲੀ ਦਲ ਬਾਦਲ ਦਾ ਵਿਧਾਨ ਸਭਾ ਦੇ ਵਿੱਚ ਨੇਤਾ ਹੁੰਦਾ ਸੀ। 370 ਦੀ ਧਾਰਾ ਤੋੜੀ ਗਈ ਤੇ ਸਾਡੇ ਹੀ ਕੁਝ ਪਾਰਟੀ ਦੇ ਆਗੂ ਕਹਿੰਦੇ ਜੀ ਬਹੁਤ ਵਧੀਆ ਕੀਤਾ ਮੋਦੀ ਨੇ, ਬਹੁਤ ਵਧੀਆ ਕੀਤਾ। ਮੈਂ ਉੱਥੇ ਹੀ ਬੈਠਾ ਸੀ। ਮੈਂ ਕਿਹਾ ਮੈਨੂੰ ਇਹ ਨਹੀਂ ਸਮਝ ਆਉਂਦੀ ਤੁਸੀਂ ਕੀ ਸੋਚ ਰਹੇ ਹੋ। ਪਹਿਲੀ ਗੱਲ ਤਾਂ ਸਾਡਾ ਜੋ ਪਾਰਟੀ ਦਾ ਸਿਧਾਂਤ ਹੈ ਉਹ ਤਾਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦੇ, ਅਸੀਂ ਸੂਬੇ ਨੂੰ ਖਤਮ ਹੀ ਕਰਤਾ। ਤੇ ਤੁਸੀਂ ਜਿਹੜਾ ਹੈ ਬਿਨਾਂ ਸੋਚੇ ਸਮਝੇ ਵਾਹ ਵਾਹ ਕਰੀ ਜਾਂਦੇ ਹੋ। ਤੇ ਮੈਂ ਕਿਹਾ ਵੀ ਇੱਕ ਤਾਂ ਮੈਂ ਇਹਦੇ ਤੇ ਬੋਲਣਾ ਨਹੀਂ, ਜੇ ਇਹ ਡਿਸਕਸ਼ਨ ਆਈ ਅਸੈਂਬਲੀ ਦੇ ਵਿੱਚ ਭਾਵੇਂ ਮੈਂ ਪਾਰਟੀ ਦਾ ਨੇਤਾ, ਮੈਂ ਇਸ ਮੁੱਦੇ ਤੇ ਬੋਲ ਨਹੀਂ ਸਕਦਾ ਕਿਉਂਕਿ ਸਾਡੇ ਸਿਧਾਂਤਾਂ ਦੇ ਉੱਤੇ। ਦੂਜੀ ਗੱਲ ਮੈਂ ਕਿਹਾ
ਅੱਜ ਨਹੀਂ ਤਾਂ ਕੱਲ नहीं ਤਾਂ कुछ समय ਨੂੰ ਇਹ ਕਹਾੜਾ ਤੁਹਾਡੇ ਤੇ ਵੀ ਚੱਲਣਾ, ਆਪਣੇ ਤੇ ਵੀ ਚੱਲ ਸਕਦਾ ਹੈ। ਮੈਂ ਤਾਂ ਕਿਹਾ ਸੀ, ਮੈਨੂੰ ਤਾਂ ਇਹ ਲੱਗਦਾ ਸੀ ਸ਼ਾਇਦ 5-10 ਸਾਲਾਂ ਨੂੰ ਕਦੇ ਇਹ ਆਪਣੇ ਤੇ ਵੀ ਵਰਤਿਆ ਸੀ। ਇਹਨਾਂ ਨੇ ਤਾਂ 6 ਮਹੀਨੇ ਨਹੀਂ ਟੱਪਣ ਦਿੱਤੇ। ਇਹ ਕਾਨੂੰਨ ਲਿਆ ਕੇ ਤੇ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਕਿਸੇ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਨਹੀਂ। ਤੇ ਇਹ ਤਾਂ ਮੈਂ ਸਮਝਦਾ ਲੋਕਤੰਤਰ ਦਾ ਨਾਂ ਨਹੀਂ, ਲੋਕਤੰਤਰ ਇੱਕ ਮਜ਼ਾਕ ਬਣ ਕੇ ਰਹਿ ਗਿਆ। ਜੇ ਤੁਸੀਂ ਆਪਦੇ ਲੋਕਾਂ ਨਾਲ, ਜਿਨ੍ਹਾਂ ਦੀਆਂ ਵੋਟਾਂ ਨਾਲ ਇਹ ਸਰਕਾਰ ਬਣੀ ਹੈ, ਜੋ ਉਹਨਾਂ ਨਾਲ ਬੈਠ ਕੇ ਤੁਸੀਂ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ, ਤਾਂ ਫਿਰ ਉਹ ਸਰਕਾਰ ਕਹਾਉਣ ਦੀ ਹੱਕਦਾਰ ਨਹੀਂ ਹੈ। ਤੇ ਦੂਜਾ ਆਪਣਾ ਅਫਸੋਸ ਦੀ ਗੱਲ ਹੈ ਕਿ ਪੰਜਾਬ ਇੱਕ ਐਸਾ ਸੂਬਾ ਹੈ, ਸਾਡੀ ਭਾਵੇਂ ਗਿਣਤੀ ਥੋੜ੍ਹੀ ਹੈ, ਸਾਡੀ ਰਾਜਸੀ ਤਾਕਤ ਸਾਡੀ ਥੋੜ੍ਹੀ ਹੈ, ਪਰ ਸਾਡੀ ਦੇਣ ਬਹੁਤ ਵੱਡੀ ਹੈ। ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦਾ ਹੈ। ਸਭ ਤੋਂ ਵੱਧ ਸ਼ਹੀਦੀਆਂ, ਸਭ ਤੋਂ ਵੱਧ ਜੇਲ੍ਹਾਂ ਪੰਜਾਬੀਆਂ ਨੇ ਜਿਹੜੀਆਂ ਕੱਟੀਆਂ। ਦੂਜੇ ਨੰਬਰ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਜੰਗਾਂ ਹੋਈਆਂ, ਉੱਥੇ ਵੀ ਜਿੱਥੇ ਪੰਜਾਬੀਆਂ ਨੇ ਇਕੱਲੇ ਆਪਦੀ ਸ਼ਹਾਦਤ ਨਹੀਂ ਦਿੱਤੀ, ਉੱਥੇ ਪੰਜਾਬੀਆਂ ਨੇ ਉਹ ਜੰਗੇ ਮੈਦਾਨ 'ਚ ਜਿੱਥੇ ਸ਼ਹਾਦਤ ਦਿੱਤੀ, ਉੱਥੇ ਨੁਕਸਾਨ ਵੀ ਪੰਜਾਬ ਦਾ ਹੋਇਆ, ਕਿਉਂਕਿ ਸਰਹੱਦ ਪੰਜਾਬ ਦੀ ਸੀ। ਦੇਸ਼ ਦੀ ਵੰਡ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ, ਕਿਉਂਕਿ ਜਿਹੜਾ ਪੰਜਾਬ ਪਾਕਿਸਤਾਨ ਤੋਂ ਜੇ ਕੋਈ ਉੱਜੜ ਕੇ ਲੋਕ ਆਏ ਤਾਂ ਪੰਜਾਬੀ ਆਏ, ਬਾਕੀ ਹੋਰ ਸੂਬਿਆਂ ਦੇ ਬਹੁਤ ਥੋੜ੍ਹੇ ਲੋਕ ਆਏ। ਇਸ ਤੋਂ ਬਾਅਦ ਦੇਸ਼ ਨੂੰ ਅੰਨ ਦੀ ਲੋੜ ਪਈ, ਤਾਂ ਫਿਰ ਪੰਜਾਬੀਆਂ ਨੇ ਆਪਦਾ ਖੂਨ ਪਸੀਨਾ ਬਹਾ ਕੇ ਦੇਸ਼ ਦਾ ਢਿੱਡ ਭਰਿਆ। ਪਰ ਕਦੇ ਵੀ ਜਦ ਪੰਜਾਬ ਨੂੰ ਲੋੜ ਪਈ, ਦੁੱਖ ਨਾਲ ਕਹਿਣਾ ਪੈਂਦਾ ਹੈ, ਪੰਜਾਬ ਦੀ ਕਦੇ ਕਿਸੇ ਨੇ ਬਾਂਹ ਨਹੀਂ ਫੜੀ। ਕਾਰਨ ਕੀ ਹੈ ਕਿ ਸਾਡੀ ਜਿਹੜੀ ਲੋਕਤੰਤਰ ਦੇ ਵਿੱਚ ਆਬਾਦੀ ਜਾਂ ਗਿਣਤੀ ਮਿਣਤੀ ਹੁੰਦੀ ਹੈ, ਉਹ ਬਹੁਤ ਥੋੜ੍ਹੀ ਹੈ। ਅਸੀਂ 2% ਵੀ ਹਿੱਸਾ ਨਹੀਂ ਹੈਗੇ। ਸਾਡੀਆਂ ਪਾਰਲੀਮੈਂਟ 'ਚ 13 ਸੀਟਾਂ ਨੇ, ਰਾਜ ਸਭਾ 'ਚ 7 ਸੀਟਾਂ ਨੇ, ਜਿਹੜੀਆਂ ਕੋਈ ਮਾਇਨੇ ਨਹੀਂ ਰੱਖਦੀਆਂ। ਜੇ ਇਹੀ ਲੜਾਈ ਕਿਤੇ ਐਡਾ ਹੀ ਸੰਘਰਸ਼ ਯੂਪੀ ਬਿਹਾਰ 'ਚ ਵਿੱਢਿਆ ਹੁੰਦਾ, ਅੱਜ ਸਰਕਾਰ ਨੇ ਉਹਨਾਂ ਨੂੰ ਬੁਲਾ ਲੈਣਾ ਸੀ ਵੀ ਆ ਜਾਓ ਸਾਡੇ ਨਾਲ ਗੱਲ ਕਰ ਲਓ। ਤੁਸੀਂ ਹੈਰਾਨ ਹੋਵੋਗੇ, ਕਿਤੇ ਨਾ ਕਿਤੇ ਜਦ ਸੰਵਿਧਾਨ ਬਣਿਆ ਕਮੀਆਂ ਰਹਿ ਜਾਂਦੀਆਂ ਨੇ ਸਟਰਕਚਰ ਦੇ ਵਿੱਚ ਵੀ। ਤੁਸੀਂ ਅਮਰੀਕਾ ਦਾ ਰਾਸ਼ਟਰਪਤੀ ਦੀ ਚੋਣ ਚੱਲ ਰਹੀ ਹੈ, ਇਹਦਾ ਵੀ ਤੁਸੀਂ ਦੇਖਿਆ। ਉਹਦੇ 'ਚ ਤੁਹਾਨੂੰ ਬੜੀ ਮਜ਼ੇਦਾਰ ਗੱਲ ਦੱਸਦਾ, ਉੱਥੇ ਕਿੰਨੀ ਸਿਆਣਪ ਨਾਲ ਉਹਨਾਂ ਨੇ ਸਰਕਾਰਾਂ ਆਪਦੀਆਂ ਜਿਹੜੀਆਂ ਅਸੈਂਬਲੀਆਂ ਪਾਰਲੀਮੈਂਟਾਂ ਬਣਾਈਆਂ। ਜਿਵੇਂ ਆਪਣੇ ਰਾਜ ਸਭਾ ਅਤੇ ਲੋਕ ਸਭਾ ਹੈ, ਉੱਥੇ ਸੈਨੇਟ ਹੁੰਦੀ ਹੈ ਇੱਕ ਹੁੰਦੀ ਹੈ ਕਾਂਗਰਸ, ਜਾਂ ਇਹਨੂੰ ਹਾਊਸ ਆਫ ਰਿਪਰੈਜ਼ੈਂਟੇਟਿਵਸ ਕਹਿੰਦੇ ਹੈ। ਜਿਹੜੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਹੈ, ਉੱਥੇ ਆਬਾਦੀ ਮੁਤਾਬਕ ਲੋਕ ਚੁਣ ਕੇ ਜਾਂਦੇ ਹੈ। ਜੇ ਕਿਸੇ ਸੂਬੇ ਦੀ ਵੱਧ ਆਬਾਦੀ ਹੈ, ਉੱਥੇ ਦੇ ਵੱਧ ਹੋਣਗੇ, ਘੱਟ ਵਾਲੀ ਘੱਟ ਹੋਣਗੇ। ਉੱਥੇ ਫਰਕ ਇੰਨਾ ਸੂਬਿਆਂ ਦੀ ਆਬਾਦੀ 'ਚ, ਕਈ ਸੂਬਿਆਂ ਦੀ ਤਾਂ ਆਬਾਦੀ 3-4 ਲੱਖ ਹੈ, ਕਈਆਂ ਦੀ 4-5 ਕਰੋੜ ਹੈ। 100 ਗੁਣਾ ਫਰਕ ਹੈ ਆਬਾਦੀ ਦਾ। ਪਰ ਉਹਨਾਂ ਨੇ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਵੀ ਜਿਹੜੀ ਸੈਨੇਟ ਹੈ, ਸੈਨੇਟ ਦੇ ਵਿੱਚ ਸਾਰੇ ਸੂਬਿਆਂ ਦੇ ਬਰਾਬਰ ਮੈਂਬਰ ਨੇ। ਜੇ 2 ਮੈਂਬਰ, ਚਾਹੇ ਉਹ ਵੱਡਾ ਸੂਬਾ ਕੈਲੀਫੋਰਨੀਆ ਹੈ, ਚਾਹੇ ਨਾਰਥ ਡਕੋਟਾ ਵਰਗਾ ਛੋਟਾ ਜਿਹਾ ਸੂਬਾ ਹੈ, ਹਰ ਕਿਸੇ 'ਚੋਂ 2 ਸੈਨੇਟ ਵਿੱਚ ਮੈਂਬਰ ਜਾਣਗੇ। ਕਿਉਂ? ਉਹ ਕਹਿੰਦੇ ਵੀ ਅਸੀਂ ਇਸ ਕਰਕੇ ਕੀਤਾ ਵੀ ਜਿਹੜੀ ਮੈਜੋਰਿਟਿਜ਼ਮ ਹੈ ਉਹ ਕਿਤੇ ਹਾਵੀ ਨਾ ਹੋ ਜੇ ਸੱਚਾਈ ਦੇ ਉੱਤੇ, ਕਿਤੇ ਜਿਹੜੇ ਵੱਡੇ ਸੂਬੇ ਨੇ ਉਹ ਛੋਟੇ ਸੂਬੇ ਨਾਲ ਧੱਕਾ ਨਾ ਕਰਨ ਲੱਗ ਪੈਣ। ਇਸ ਲਈ ਉਹਨਾਂ ਨੇ ਇਹ ਜਿਹੜਾ ਆਪਦਾ ਐਸਾ ਸਿਸਟਮ ਲਿਆਂਦਾ, ਜਿਹੜੀ ਸਾਡੇ ਵਿੱਚ ਬੜੀ ਕਮੀ ਹੈ, ਜਿਸ ਕਰਕੇ ਸਾਡੀ ਜਿਹੜੀ ਆਵਾਜ਼ ਨਾ ਪਹੁੰਚਦੀ ਹੈ, ਨਾ ਹੀ ਉੱਥੇ ਦਬਾਅ ਸੁਣਿਆ ਜਾਂਦਾ ਹੈ। ਉੱਥੇ ਸਾਡੇ ਐਮਪੀਆਂ ਨੇ, ਮੈਂ ਕਿਸੇ ਦੀ ਨੁਕਤਾਚੀਨੀ ਨਹੀਂ ਕਰਨਾ ਚਾਹੁੰਦਾ, ਸਾਰਿਆਂ ਨੇ ਆਪਦਾ ਹਿੱਸਾ ਰੌਲਾ ਪਾਇਆ, ਉੱਥੇ ਵੋਟ ਪਾਈ ਬੀਜੇਪੀ ਤੋਂ ਬਿਨਾਂ। ਪਰ ਕਿਉਂ ਨਹੀਂ ਸੁਣੀ ਗਈ? ਕਿਉਂਕਿ ਸਾਡੀ ਉੱਥੇ ਉਹ ਆਵਾਜ਼, ਖਾਸ ਤੌਰ 'ਤੇ ਸਾਡਾ ਜੋ ਤਾਕਤ ਖਾਸ ਤੌਰ 'ਤੇ ਸਿਆਸੀ ਸੀ, ਉਹ ਬੜੀ ਸੀਮਤ ਸੀ। ਇਸ ਕਰਕੇ ਅੱਜ ਸਾਨੂੰ ਇਹ ਧਰਨੇ ਮੁਜ਼ਾਹਰੇ ਕਰਨੇ ਪੈ ਰਹੇ ਹੈ। ਇਹ ਸਾਡੀਆਂ ਮਾਈਆਂ ਆਪਦੇ ਕੰਮ ਛੱਡ ਕੇ ਸੜਕਾਂ 'ਤੇ ਬੈਠੀਆਂ ਨੇ। ਤੇ ਦੱਸੋ ਇਸ ਤੋਂ ਵੱਧ ਦੁਖਦਾਈ ਗੱਲ ਕੀ ਹੋ ਸਕਦੀ ਹੈ? ਤੇ ਮੈਂ ਤਾਂ ਇਸ ਮੌਕੇ 'ਤੇ ਕਹਿ ਸਕਦਾ ਕਿ ਸਾਨੂੰ ਅੱਜ ਹਰ ਚੀਜ਼ ਭੁਲਾ ਕੇ, ਸਾਡੇ ਮਤਭੇਦ ਬਹੁਤ ਹੋਣਗੇ, ਸਾਰੀਆਂ ਪਾਰਟੀਆਂ 'ਚ ਵੀ ਹੁੰਦੇ, ਭਾਈਚਾਰਿਆਂ 'ਚ ਵੀ ਹੁੰਦੇ ਨੇ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਮਾਜ ਦੇ ਵਿੱਚ ਬਣੀਆਂ ਹੋਈਆਂ। ਪਰ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ
ਇਹ ਲੜਾਈ ਨੂੰ ਅੱਗੇ ਲਿਜਾਣ ਦੀ ਲੋੜ ਹੈ। ਤੇ ਲੜਾਈ ਕਿਵੇਂ ਜਿੱਤੀ ਜਾਣੀ ਹੈ, ਉਹਦੇ ਵਾਸਤੇ ਵੀ ਸਾਨੂੰ ਪੂਰੇ ਦੇਸ਼ ਨੂੰ ਨਾਲ ਲੈਣਾ ਪੈਣਾ। ਦੇਸ਼ ਦੀ ਕਿਸਾਨੀ ਨੂੰ ਸਮਝਾਉਣਾ ਪੈਣਾ ਕਿ ਇਹ ਜਿਹੜਾ ਹੈ ਇਹਦੀ ਜਿਹੜੇ ਮਨਸੂਬੇ ਨੇ, ਇਹ ਜਿਹੜੀ ਕਿਸਾਨੀ ਨੂੰ ਖਤਮ ਕਰਨ ਦੇ ਮਨਸੂਬੇ, ਜੇ ਅੱਜ ਪੰਜਾਬ ਤੇ ਇਹ ਹਮਲਾ ਹੋਇਆ, ਕੱਲ ਹੋਰ ਤੀਜਾ ਸੂਬਾ ਕੋਈ ਹੋਰ ਵੀ ਹੋ ਸਕਦਾ ਹੈ ਜਿਹਦੇ ਤੇ ਇਹ ਇਕੱਲੇ ਇਕੱਲੇ ਕਰਕੇ ਉਹਨਾਂ ਦਾ ਨੁਕਸਾਨ ਕਰ ਸਕਦੇ ਆ। ਸਾਰੀਆਂ ਪਾਰਟੀਆਂ ਦੇਸ਼ ਦੀਆਂ, ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ, ਸਾਨੂੰ ਇਕੱਠੇ ਜੋੜਨਾ ਚਾਹੀਦਾ ਸਾਰਿਆਂ ਨੂੰ ਇਸ ਸੰਘਰਸ਼ ਦੇ ਵਿੱਚ, ਤਾਂ ਹੀ ਅਸੀਂ ਜਿਹੜੀ ਹੈ ਜਿੱਤ ਪ੍ਰਾਪਤ ਕਰ ਸਕਦੇ ਹਾਂ। ਸਾਨੂੰ ਜਿਹੜਾ ਦਿੱਲੀ ਦਾ ਕਿਸਾਨ ਯੂਨੀਅਨ ਨੇ ਫੈਸਲਾ ਕੀਤਾ ਵੀ 26-27 ਤਰੀਕ ਨੂੰ ਅਸੀਂ ਦਿੱਲੀ ਜਾ ਕੇ ਉੱਥੇ 2 ਦਿਨ ਦਾ ਧਰਨਾ ਰੱਖਾਂਗੇ। ਮੇਰੀ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਆਪਾਂ ਨੂੰ ਉਹਦੇ ਵਿੱਚ ਵੀ ਸਭ ਤੋਂ ਹਰ ਕੋਈ ਬੰਦਾ ਛੱਡ ਕੇ ਆਪਦੇ ਫਰਕ ਉਹਦੇ ਵਿੱਚ ਸ਼ਾਮਿਲ ਹੋ, ਤਾਂ ਕਿ ਦਿੱਲੀ ਜਾ ਕੇ ਜਿਹੜੀ ਲੜਾਈ ਤਾਂ ਆਖਿਰ ਦਿੱਲੀ ਜਿੱਤੀ ਜਾਣੀ ਹੈ, ਉੱਥੇ ਜਾ ਕੇ ਉਹਨੂੰ ਆਪਾਂ ਇੱਕ ਸੰਦੇਸ਼ ਦੇ ਸਕੀਏ ਵੀ ਸਾਰੇ ਪੰਜਾਬੀ ਅੱਜ ਇਕੱਠੇ ਹੋ ਚੁੱਕੇ ਨੇ। ਤੇ ਇਹ ਜਿਹੜੀ ਤਾਨਾਸ਼ਾਹੀ ਹੈ, ਇਹ ਅਸੀਂ ਕਿਸੇ ਹਰਗਿਜ਼ ਨਾ ਕਦੇ ਪੰਜਾਬੀਆਂ ਨੇ ਪਹਿਲਾਂ ਸਹਿਣ ਕੀਤੀ ਹੈ, ਨਾ ਹੀ ਕਦੇ ਤਾਨਾਸ਼ਾਹੀ ਜਿਹੜੀ ਹੈ ਭਵਿੱਖ ਵਿੱਚ ਪੰਜਾਬੀ ਕਦੇ ਸਹਿਣ ਕਰਨਗੇ। ਸੋ ਮੈਂ ਨਾਲ ਹੀ ਆਪਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦਾ ਨੁਮਾਇੰਦਾ ਹੋਣ ਦੇ ਨਾਤੇ ਤੁਹਾਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਕਿ ਸਾਡਾ ਪਹਿਲੇ ਦਿਨ ਤੋਂ ਹੀ ਇਹ ਫੈਸਲਾ ਸੀ ਕਿ ਆਪਾਂ ਸੰਘਰਸ਼, ਲੋਕਾਂ ਦੇ ਸੰਘਰਸ਼ ਵਿੱਚ ਸ਼ਾਮਿਲ ਹੋਣਾ ਹੈ। ਕੋਈ ਆਪਦੀ ਡਫਰੀ ਨਹੀਂ ਵਜਾਉਣੀ, ਤਾਂ ਕਿ ਜੇ ਕਿਸਾਨ ਯੂਨੀਅਨਾਂ ਜੋ ਫੈਸਲਾ ਕਰਨਗੀਆਂ ਉਹਨਾਂ ਦੇ ਉੱਤੇ ਅਸੀਂ ਪਹਿਰਾ ਦੇਵਾਂਗੇ। ਉਹਨਾਂ ਦੇ ਸਾਰੇ ਜੋ ਪ੍ਰੋਗਰਾਮ ਨੇ ਉਹਦੇ ਵਿੱਚ ਹਿੱਸਾ ਲਵਾਂਗੇ। ਮੈਨੂੰ ਖੁਸ਼ੀ ਹੈ ਵੀ ਸਾਡੇ ਜਿਹੜੇ ਆਗੂ ਵਰਕਰ ਨੇ, ਉਹਨਾਂ ਦੇ ਜਿੱਥੇ ਜਿੱਥੇ ਬੈਠੇ ਸੀ ਸਾਰਿਆਂ ਨੇ ਆਪਦਾ ਜਿੰਨਾ ਕੁ ਵੀ ਯੋਗਦਾਨ ਪਾ ਸਕਦੇ ਸੀ ਉਹ ਪਾਉਣ ਦਾ ਯਤਨ ਕੀਤਾ। ਅੱਗੇ ਵੀ ਅਸੀਂ ਪੂਰਾ ਜਿਹੜਾ ਹੈ ਆਪਦੇ ਵੱਲੋਂ ਇਹ ਵਿਸ਼ਵਾਸ ਦਿਵਾਉਣੇ ਆ। ਤੇ 26 ਤਰੀਕ ਨੂੰ 27 ਨੂੰ ਵੀ ਸਾਡੇ ਸਾਰੇ ਜਿਹੜੇ ਆਗੂ, ਸਾਡੇ ਸਾਰੇ ਵਰਕਰ ਉਹ ਜਾ ਕੇ ਦਿੱਲੀ ਦੇ ਵਿੱਚ ਆਪਦਾ ਜ਼ਰੂਰ ਹਿੱਸਾ ਪਾਉਣਗੇ। ਅਸੀਂ ਕੋਈ ਲੀਡਰ ਦੇ ਤੌਰ ਤੇ ਨਹੀਂ ਉੱਥੇ ਜਾਣਾ, ਅਸੀਂ ਆਮ ਇੱਕ ਕਿਸਾਨ ਦੇ ਤੌਰ ਤੇ, ਕਿਸਾਨ ਪੰਜਾਬੀ ਦੇ ਤੌਰ ਤੇ ਉੱਥੇ ਜਾ ਕੇ ਹਿੱਸਾ ਲੈਣਾ। ਸੋ ਮੈਂ ਫਿਰ ਜਿੱਥੇ ਸਮਾਂ ਕਿਉਂਕਿ ਬਹੁਤ ਹੋ ਗਿਆ, ਮੈਂ ਵਿਸ਼ੇਸ਼ ਤੌਰ ਤੇ ਸਾਡੇ ਵੀਰ ਦੀਪ ਜੀ ਜਿਹੜੇ ਇੱਕ ਨਾਮਵਰ ਕਲਾਕਾਰ ਨੇ, ਆਪਦਾ ਸਾਰਾ ਪ੍ਰੋਫੈਸ਼ਨ ਨੂੰ ਪਿੱਛੇ ਧੱਕ ਕੇ ਅੱਜ ਇੱਥੇ ਬੈਠੇ ਨੇ, ਸਾਰਾ ਆਪਦਾ ਕੰਮ ਛੱਡ ਕੇ। ਹੋਰ ਉਹਨਾਂ ਦੇ ਸਾਰੇ ਸਾਥੀ, ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਉਹਨਾਂ ਨੇ ਜਦ ਲੋੜ ਪਈ ਹੈ ਅੱਜ ਪੰਜਾਬ ਦੇ ਲੋਕਾਂ ਨੂੰ, ਤਾਂ ਉਹ ਮੂਹਰੇ ਆ ਕੇ ਖੜੇ ਨੇ। ਉਹਨਾਂ ਨੇ ਆਪਦੇ ਜਜ਼ਬਾਤ ਵੀ ਤੁਸੀਂ ਸਾਰਿਆਂ ਨੇ ਉਹਨਾਂ ਦੇ ਸੁਣੇ ਹੋਣੇ, ਹੋਰ ਸਾਰੇ ਸਾਥੀਆਂ ਦੇ। ਮੈਂ ਇੱਕੋ ਹੀ ਫੇਰ ਦੁਬਾਰਾ ਹੀ ਕਰਦਾ ਵੀ ਇਹਦਾ ਜਿੱਤ ਦਾ ਸਿਰਫ ਇੱਕੋ ਹੀ ਰਸਤਾ ਹੈ, ਉਹ ਹੈ ਏਕਤਾ, ਤੇ ਉਹਦੇ ਰਾਹੀਂ ਹੀ ਜਿਹੜੀ ਇਹ ਜਿੱਤ ਸਾਰੀ ਪ੍ਰਾਪਤ ਹੋਣੀ ਹੈ। ਨਹੀਂ ਜਿਸ ਤਰੀਕੇ ਨਾਲ ਇਕੱਲੇ ਇਕੱਲੇ, ਚਾਹੇ 300 ਧਾਰਾ 70 ਤੋੜਨ ਦੀ ਗੱਲ ਹੋਵੇ, ਚਾਹੇ CAA ਦੀ ਗੱਲ ਹੋਵੇ ਜਿਹੜੀ ਲਾਗੂ ਕੀਤਾ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਉਹਦੇ ਵਿੱਚ ਵੀ ਪਹਿਲਾਂ ਮੁਸਲਮਾਨ ਭਾਈਚਾਰੇ ਨੂੰ ਅੱਡ ਕਰ ਦਿੱਤਾ ਗਿਆ। ਤਾਂ ਮੈਂ ਧਰਮ ਦੀ ਗੱਲ ਨਹੀਂ ਕਰਾਂਗਾ, ਮੈਂ ਤਾਂ ਇਹ ਗੱਲ ਕਰਦਾ ਵੀ ਇਹ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਜੋ ਸਾਰਾ ਕੁਝ ਹੋ ਰਿਹਾ ਹੈ, ਇਹ ਤੋਂ ਆਪਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਇਹ ਕੋਈ ਇਕੱਲੀ ਕਿਸਾਨੀ ਦੀ ਲੜਾਈ ਵੀ ਨਹੀਂ, ਇਹ ਸੂਬਿਆਂ ਦੀ ਵੀ ਲੜਾਈ। ਆਖਰ ਸੂਬਿਆਂ ਦੇ ਅਧਿਕਾਰਾਂ ਤੇ ਵੀ ਟਾਕਾ ਵੱਜਿਆ। ਅੱਜ ਸਿਰਫ ਇਹ ਕਿਸਾਨੀ ਦੀ ਦਿਖ ਰਹੀ ਹੈ, ਪਰ ਕੱਲ ਨੂੰ ਜਦ ਸੂਬਿਆਂ ਦੇ ਐਂ ਅਧਿਕਾਰ ਖੋਏ ਜਾਂਦੇ ਰਹੇ ਤਾਂ ਘਰ ਫਿਰ ਸੂਬੇ ਨਹੀਂ ਰਹਿ ਜਾਣੇ, ਉਹ ਤਾਂ ਇੱਕ ਡਿਗਨੀਫਾਈਡ ਮਿਊਨਿਸਪਲ ਕਮੇਟੀਆਂ ਬਣ ਜਾਣਗੀਆਂ ਜਿਨ੍ਹਾਂ ਕੋਲ ਆਪਦੇ ਕੋਈ ਅਧਿਕਾਰ ਨਹੀਂ। ਉਹ 24 ਘੰਟੇ ਕੇਂਦਰ ਦੇ ਮੂੰਹ ਵੱਲ ਝਾਕੀ ਜਾਣਗੇ ਵੀ ਕਦ ਉਹਨਾਂ ਦਾ ਸਾਡੇ ਤੇ ਕਿਰਪਾ ਹੋਊਗੀ ਤੇ ਕਦ ਅਸੀਂ ਜਿਹੜਾ ਹੈ ਆਪਦੇ ਸੂਬੇ 'ਚ ਕੋਈ ਫੈਸਲਾ ਕਰ ਸਕਾਂਗੇ। ਸੋ ਇਸ ਤਰੀਕੇ ਦੇ ਨਾਲ ਅੱਜ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਸੰਘਰਸ਼ਾਂ 'ਚੋਂ ਨਿਕਲੀ ਪਾਰਟੀ ਹੈ। ਜੇ ਸੂਬਿਆਂ ਦੀ ਵੱਧ ਅਧਿਕਾਰ ਦੀ ਕਿਸੇ ਵੀ ਪਾਰਟੀ ਨੇ ਪੰਜਾਬ 'ਚ ਪਹਿਲਾਂ ਗੱਲ ਦੇਸ਼ 'ਚ ਗੱਲ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਹੈ। ਇਸ ਲਈ ਉਸ ਪਾਰਟੀ ਦੇ ਵਾਰਸ ਦੇ ਤੌਰ ਤੇ ਅਸੀਂ ਇਹੀ ਨਿਸ਼ਾਨਾ ਵੀ ਇਹੀ ਲੈ ਕੇ ਚੱਲੇ ਹਾਂ ਵੀ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੀ ਸਥਾਪਨਾ ਹੋਈ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ 'ਤੇ ਪਹਿਰਾ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਦੀ ਸੋਚ ਸੀ ਜਿਹੜੀ ਸਾਡੇ ਬਜ਼ੁਰਗਾਂ ਦੀ, ਉਹ 'ਤੇ ਚੱਲਾਂਗੇ। ਇਹੀ ਮੁੱਖ ਜਿਹੜੀ ਚੀਜ਼ ਨੂੰ ਲੈ ਕੇ ਅਸੀਂ ਚੱਲੇ ਹਾਂ। ਤਾਂ ਇਹ ਮੈਂ ਸਮਝਦਾ ਸਭ ਤੋਂ ਉਹਦੇ ਵਿੱਚ ਜੇ ਮੂਲ ਸੀ ਤਾਂ ਉਹ ਸਾਡੀ ਜਿੱਥੇ ਪੰਥਕ ਸੋਚ ਸੀ, ਉੱਥੇ ਕਿਸਾਨੀ ਜਿਹੜੀ ਸੀ ਪੰਜਾਬ ਦੀ, ਪੰਜਾਬ ਦੇ ਮਜ਼ਦੂਰ ਦੀ ਗੱਲ ਸੀ, ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਕਰਦਾ ਰਿਹਾ। ਇਸ ਲਈ ਮੈਂ ਫਿਰ ਆਪਦੇ ਵੱਲੋਂ ਜਿਹੜੇ ਮੇਰੇ ਸਾਥੀ ਵੀ ਸਾਡੇ ਨਾਲ ਆਏ ਨੇ,
ਉਹਨਾਂ ਵੱਲੋਂ ਵੀ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਦਿੱਤਾ ਸੱਦਾ ਮੌਕਾ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।